पौने 4 एकड़ ਦੀ ਜਿਹਦੀ ਮਾਰਕੀਟ ਵੈਲਿਊ 350 ਕਰੋੜ ਦੇ ਲਗਭਗ ਹੈ। ਉਹਦੀ ਰਿਜ਼ਰਵ ਪ੍ਰਾਈਸ ਆਪ ਫਿਕਸ ਕਰ ਦਿੰਦੇ ਨੇ 91.77 ਕਰੋੜ। ਉਹਨੂੰ 98.33 ਕਰੋੜ ਰੁਪਏ ਦੇ ਵਿੱਚ ਲਗਭਗ ਆਪਣੇ ਖਾਸ ਬੰਦਿਆਂ ਨੂੰ ਉਸ ਈ ਆਕਸ਼ਨ 'ਚ ਬਿਠਾ ਕੇ ਜਿਹੜਾ ਹੈ 252 ਕਰੋੜ ਰੁਪਏ ਦਾ ਚੂਨਾ ਲਾ ਦਿੰਦੇ ਨੇ। ਔਰ ਜਿਨ੍ਹਾਂ ਨੂੰ ਲੈਂਡ ਅਲਾਟ ਹੁੰਦੀ ਹੈ ਉਹ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਲੁਧਿਆਣਾ ਵੈਸਟ ਤੋਂ ਐਮਐਲਏ ਅਤੇ ਕੈਬਨਿਟ ਮੰਤਰੀ ਹਨ ਪੰਜਾਬ ਸਰਕਾਰ ਦੇ, ਉਹਨਾਂ ਨੂੰ ਅਲਾਟਮੈਂਟ ਹੋ ਜਾਂਦੀ ਹੈ। ਔਰ ਜਿੱਥੇ ਇਹਨਾਂ ਨੇ ਕਿਹਾ ਕਿ ਡੀਸੀ ਸਾਹਿਬ ਨੇ ਜਿਹੜਾ ਹੈ ਇਹਦਾ ਰਿਜ਼ਰਵ ਪ੍ਰਾਈਸ ਫਿਕਸ ਕੀਤਾ ਹੈ, ਔਰ ਡੀਸੀ ਸਾਹਿਬ ਕਹਿ ਰਹੇ ਨੇ ਕਿ ਮੈਂ ਇਹ ਰਿਜ਼ਰਵ ਪ੍ਰਾਈਸ ਨਹੀਂ ਫਿਕਸ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਹੜਾ ਸੈਕਟਰੀ ਹੈ ਉਹ ਵੀ ਕਹਿ ਰਿਹਾ ਕਿ ਇੰਪਰੂਵਮੈਂਟ ਟਰਸਟ ਲੁਧਿਆਣਾ ਡੈਨ ਆਫ ਕਰਪਸ਼ਨ ਹੈ। ਰਮਨ ਬਾਲਾ ਸੁਬਰਮਨੀਅਮ ਜੀ ਨੇ ਚੇਅਰਮੈਨ ਲੁਧਿਆਣਾ ਇੰਪਰੂਵਮੈਂਟ ਟਰਸਟ, ਉਹਨਾਂ ਦੁਆਰਾ ਇਹ ਰਿਜ਼ਰਵ ਪ੍ਰਾਈਸ ਆਪ ਫਿਕਸ ਕੀਤਾ ਗਿਆ। चेयरमैन साहब बौखला गए, भारत भूषण आशू जी मंत्री साहब बौखला गए, टीम आशू बौखला गई। यह सारा गैर कानूनी काम नगर सुधार ट्रस्ट के चेयरमैन श्री रमन बाला सुब्रमणियम जी द्वारा किया गया। जे आपां ओरीएंट सिनेमे की गल करिए, ओरीएंट सिनेमे की लैंड भी इन्होंने सरेंडर करवाई। श्री भारत भूषण आशू जी के जीजा जी एडवोकेट राजीव कौशल जी का घर है 618F, ਉਹਦੇ ਸਾਹਮਣੇ ਜਿੰਨਾ ਇਹਨਾਂ ਦੇ ਘਰ ਦੇ ਸਾਹਮਣੇ ਜਗ੍ਹਾ ਪੈਂਦੀ ਹੈ ਉਹ ਰਿਜ਼ਰਵ ਸਾਈਡ ਦੇ ਵਿੱਚੋਂ ਪਾਰਕ ਬਣਾ ਦਿੱਤਾ ਗਿਆ। ਬਾਕੀ ਜਗ੍ਹਾ ਦੇ 450 ਗਜ ਦੇ 8 ਪਲਾਟ ਕੱਟਦੇ। ਜੇ ਕਰਪਸ਼ਨ ਦੇ ਖਿਲਾਫ ਕੋਈ ਆਵਾਜ਼ ਉਠਾਏ ਤੇ ਉਹਨੂੰ ਡੈਫਾਮੇਸ਼ਨ ਨਹੀਂ ਕਹਿੰਦੇ। ਟੀਮ ਆਸ਼ੂ ਜਿਹੜੀ ਹੈਗੀ ਹੈ ਉਹ ਰਲ ਕੇ ਇਹ ਸਾਰਾ ਗੜਬੜ ਕਰ ਰਹੀ ਹੈ ਮੰਤਰੀ ਸਾਹਿਬ ਦੇ ਇਸ਼ਾਰਿਆਂ ਦੇ ਉੱਤੇ। ਇਸ ਕਰਕੇ ਇਹ ਸਾਰਾ ਘੁਟਾਲੇ ਨੂੰ ਅੰਜਾਮ ਜਿਹੜਾ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ, ਅਸੀਂ ਇਹਨਾਂ ਨੂੰ ਘੁਟਾਲੇਬਾਜ਼ ਚੇਅਰਮੈਨ ਕਹਿੰਦੇ ਆ। और यह जो डेफामेशन सूट इन्होंने फाइल किया है, इन्होंने जान के सानू डराउन लिए किया है। सुब्रमणियम जी या जेडे मेयर साहब बलकार सिंह संधू जी, यह सारे ते मोरे ने मास्टरमाइंड ने लुधियाना वैस्ट के एमएलए और कैबिनेट मंत्री भारत भूषण आशू जी ने। ਇੰਪਰੂਵਮੈਂਟ ਟਰਸਟ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਘੁਟਾਲੇ ਸਾਹਮਣੇ ਆਏ ਤੇ ਉਸ ਤੋਂ ਬਾਅਦ ਵਾਦ-ਵਿਵਾਦ ਸ਼ੁਰੂ ਹੋਇਆ। ਕਾਫੀ ਜ਼ਿਆਦਾ ਵਾਦ-ਵਿਵਾਦ ਵਧਿਆ ਤੇ ਹੁਣ ਇਹ ਜੋ ਵਾਦ-ਵਿਵਾਦ ਹੈ ਡੈਫਾਮੇਸ਼ਨ ਤੱਕ ਪਹੁੰਚ ਚੁੱਕਿਆ ਹੈ। ਬੀਜੇਪੀ ਦੇ ਕੁਝ ਕਾਰਿਆਕਰਤਾ ਤੇ ਡੈਫਾਮੇਸ਼ਨ ਦੇ ਚਾਰजेस ਲੱਗੇ ਨੇ। ਸਾਡੇ ਨਾਲ ਮੌਜੂਦ ਨੇ ਵਿਨੀਤਪਾਲ ਸਿੰਘ ਮੋਗਾ ਜੀ, ਬੀਜੇਪੀ ਦੇ ਸੀਨੀਅਰ ਆਗੂ ਨੇ। ਗੱਲਬਾਤ ਕਰਦੇ ਆ। ਸਰ, ਜੋ ਤੁਹਾਡੇ ਤੇ ਡੈਫਾਮੇਸ਼ਨ ਦੇ ਚਾਰजेस ਲੱਗੇ ਨੇ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਦੇਖੋ, ਗੱਲ ਇਸ ਤਰ੍ਹਾਂ ਹੈ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ਼੍ਰੀ ਰਮਨ ਬਾਲਾ ਸੁਬਰਮਨੀਅਮ ਜੀ, जो कि कस्टोडियन ने नगर सुधार ट्रस्ट दे और जेड़े राइट हैंड ने लुधियाना वैस्ट तो एमएलए और कैबिनेट मंत्री भारत भूषण आशू जी दे, उन्हां द्वारा एक प्राइम कमर्शियल लैंड मॉडल टाउन एक्सटेंशन रोड जिहड़ी कि शमशान घाट तो अगे जाती है और जिहड़ी संत फतेह सिंह नगर के नाल प्राइम कमर्शियल लैंड 3.79 एकड़ यानी कि पौने 4 एकड़ दी जिहदी मार्केट वैल्यू 350 करोड़ के लगभग है, ਉਹਦੀ ਰਿਜ਼ਰਵ ਪ੍ਰਾਈਸ ਆਪ ਫਿਕਸ ਕਰ ਦਿੰਦੇ ਨੇ 91.77 ਕਰੋੜ ਔਰ ਉਹਨੂੰ 98.33 ਕਰੋੜ ਰੁਪਏ ਦੇ ਵਿੱਚ ਲਗਭਗ ਆਪਣੇ ਖਾਸ ਬੰਦਿਆਂ ਨੂੰ ਉਸ ਈ ਆਕਸ਼ਨ 'ਚ ਬਿਠਾ ਕੇ ਜਿਹੜਾ ਹੈ 252 ਕਰੋੜ ਰੁਪਏ ਦਾ ਚੂਨਾ ਲਾ ਦਿੰਦੇ ਨੇ। ਔਰ ਜਿਨ੍ਹਾਂ ਨੂੰ ਲੈਂਡ ਅਲਾਟ ਹੁੰਦੀ ਹੈ ਉਹ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਲੁਧਿਆਣਾ ਵੈਸਟ ਤੋਂ ਐਮਐਲਏ ਅਤੇ ਕੈਬਨਿਟ ਮੰਤਰੀ ਹਨ ਪੰਜਾਬ ਸਰਕਾਰ ਦੇ, ਉਹਨਾਂ ਨੂੰ ਅਲਾਟਮੈਂਟ ਹੋ ਜਾਂਦੀ ਹੈ। ਹੁਣ ਇਹਦੇ 'ਚ ਇਹਨਾਂ ਨੇ ਕੀ ਕੀਤਾ, 252 ਕਰੋੜ ਦੀ ਚਪਤ ਲਗਾਈ ਹੈ। ਔਰ ਜਿੱਥੇ ਇਹਨਾਂ ਨੇ ਕਿਹਾ ਕਿ ਡੀਸੀ ਸਾਹਿਬ ਨੇ ਜਿਹੜਾ ਹੈ ਇਹਦਾ ਰਿਜ਼ਰਵ ਪ੍ਰਾਈਸ ਫਿਕਸ ਕੀਤਾ ਹੈ, ਔਰ ਡੀਸੀ ਸਾਹਿਬ ਕਹਿ ਰਹੇ ਨੇ ਕਿ ਮੈਂ ਇਹ ਰਿਜ਼ਰਵ ਪ੍ਰਾਈਸ ਨਹੀਂ ਫਿਕਸ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ, ਇਹ ਦੇਖੋ, ਇਹ ਡੀਸੀ ਸਾਹਿਬ ਕਹਿ ਰਹੇ ਨੇ ਕਿ ਮੈਂ ਜਿਹੜਾ ਹੈ ਕੋਈ ਵੀ ਰਿਜ਼ਰਵ ਪ੍ਰਾਈਸ ਨਹੀਂ ਫਿਕਸ ਕੀਤਾ। ਡੀਸੀ ਰਿਫਿਊਜ਼ਸ LIT ਚੀਫਸ ਕਲੇਮ ਔਨ ਅਪਰੂਵਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੈਕਟਰੀ ਕਾਲਸ ਟਰਸਟ ਡੈਨ ਆਫ ਕਰਪਸ਼ਨ। ਹੁਣ ਦੇਖੋ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਹੜਾ ਸੈਕਟਰੀ ਹੈ ਉਹ ਵੀ ਕਹਿ ਰਿਹਾ ਕਿ ਇੰਪਰੂਵਮੈਂਟ ਟਰਸਟ ਲੁਧਿਆਣਾ ਡੈਨ ਆਫ ਕਰਪਸ਼ਨ ਹੈ। ਔਰ ਡੀਸੀ ਸਾਹਿਬ ਜਿਹੜੇ ਓਨੈਸਟ ਆਫੀਸਰ ਨੇ ਲੁਧਿਆਣੇ ਦੇ ਵਰਿੰਦਰ ਕੁਮਾਰ ਸ਼ਰਮਾ ਜੀ, ਜਿਨ੍ਹਾਂ ਦੇ ਕ੍ਰੈਡੈਂਸ਼ੀਅਲਸ ਦੇ ਉੱਤੇ ਸਵਾਲ ਚੁੱਕਦੇ ਨੇ ਚੇਅਰਮੈਨ ਲੁਧਿਆਣਾ ਇੰਪਰੂਵਮੈਂਟ ਟਰਸਟ, ਉਹਨਾਂ ਦੁਆਰਾ ਡਿਨਾਈ ਕੀਤਾ ਜਾਂਦਾ ਕਿ ਮੇਰੇ ਦੁਆਰਾ ਰਿਜ਼ਰਵ ਪ੍ਰਾਈਸ ਨਹੀਂ ਫਿਕਸ ਕੀਤਾ ਗਿਆ। ਔਰ ਪਾਵਰ ਜਿਹੜੀ ਹੈ ਰਿਜ਼ਰਵ ਪ੍ਰਾਈਸ ਫਿਕਸ ਕਰਨ ਦੀ ਉਹ ਜਿਹੜੀ ਹੈ ਉਹ ਡੀਸੀ ਸਾਹਿਬ ਕੋਲ ਹੈਗੀ ਹੈ, ਚੇਅਰਮੈਨ ਸਾਹਿਬ ਕੋਲ ਨਹੀਂ ਹੈਗੀ। ਇਹਦਾ ਮਤਲਬ ਕਿ ਆਪਣੇ ਖਾਸ ਬੰਦਿਆਂ ਨੂੰ ਬੈਨੀਫਿਟ ਪਹੁੰਚਾਉਣ ਲਈ ਜਿਹੜੇ
ਰਮਨ ਬਾਲਾ ਸੁਬਰਮਨੀਅਮ ਜੀ ਨੇ ਚੇਅਰਮੈਨ ਲੁਧਿਆਣਾ ਇੰਪਰੂਵਮੈਂਟ ਟਰਸਟ, ਉਹਨਾਂ ਦੁਆਰਾ ਇਹ ਰਿਜ਼ਰਵਡ ਪ੍ਰਾਈਜ਼ ਆਪ ਫਿਕਸ ਕੀਤਾ ਗਿਆ, ਭੂ ਮਾਫੀਆ ਨੂੰ ਮਦਦ ਕਰਨ ਲਈ ਕੀਤਾ ਗਿਆ, ਔਰ ਕੌਡੀਆਂ ਦੇ ਭਾਅ 98.33 ਕਰੋੜ ਦੇ ਕਰੀਬ, ਪ੍ਰਾਈਮ ਕਮਰਸ਼ੀਅਲ ਲੈਂਡ ਜਿਹੜੀ 350 ਕਰੋੜ ਦੀ ਸੀ 252 ਕਰੋੜ ਦੀ ਚਪਤ ਲਾਈ ਗਈ, ਔਰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ, ਘਾਟਾ ਪਹੁੰਚਾਇਆ ਗਿਆ। ਇਸ ਚੀਜ਼ ਨੂੰ ਮੈਂ ਸਭ ਤੋਂ ਪਹਿਲਾਂ ਫੇਸਬੁੱਕ ਤੇ ਲਾਈਵ ਹੋ ਕੇ ਐਕਸਪੋਜ਼ ਕੀਤਾ ਸੀ ਫਰਾਈਡੇ ਨੂੰ। ਉਸ ਤੋਂ ਬਾਅਦ ਸਾਡੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ, ਉਸ ਤੋਂ ਬਾਅਦ ਮੈਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਦੇ ਬਾਹਰ ਪ੍ਰੋਟੈਸਟ ਤੇ ਬੈਠਾ ਸੀ ਆਪਣੇ ਸਾਥੀਆਂ ਨਾਲ, ਮੰਗ ਪੱਤਰ ਦਿੱਤਾ ਸੀ ਡੀ ਸਾਹਿਬ ਨੂੰ ਕਿ ਇਹਦੇ 'ਚ ਹਾਈ ਲੈਵਲ CBI ਤੇ ਵਿਜੀਲੈਂਸ ਇਨਕੁਆਇਰੀ ਕਰਾਉਣ, ਅਤੇ ਇਹ ਜਿਹੜੇ ਘੁਟਾਲੇ ਦੇ ਵਿੱਚ ਜਿਹੜੇ ਵੀ ਪਰਸਨਸ ਇਨਵੋਲਵਡ ਨੇ, ਭਾਵੇਂ ਚੇਅਰਮੈਨ ਲੁਧਿਆਣਾ ਇੰਪਰੂਵਮੈਂਟ ਟਰਸਟ, ਭਾਵੇਂ MLA ਭਾਰਤ ਭੂਸ਼ਣ ਆਸ਼ੂ ਜੀ, ਭਾਵੇਂ ਭੂ ਮਾਫੀਆ, ਭਾਵੇਂ ਹੋਰ ਜਿਹੜੇ ਅਫਸਰ ਨੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ, ਉਹ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਉਹਦੀ ਇਨਕੁਆਇਰੀ ਹੋਵੇ ਅਤੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਹ ਅਲੋਟਮੈਂਟ ਕੈਂਸਲ ਕੀਤੀ ਜਾਵੇ, ਕਿਉਂਕਿ ਇਹ ਟਰਾਂਸਪੇਰੈਂਟ ਵੇ ਨਾਲ ਨਹੀਂ ਹੋਈ। ਰੂਲਸ ਐਂਡ ਰੈਗੂਲੇਸ਼ਨਸ ਦੀ ਧੱਜੀਆਂ ਉਡਾਈਆਂ ਗਈਆਂ, ਜਿੱਥੇ ਕਿ ਇਹਦੇ ਨੈਸ਼ਨਲ ਨਿਊਜ਼ਪੇਪਰ 'ਚ ਵੀ ਐਡਵਰਟੀਜ਼ਮੈਂਟ ਕਰਨੀ ਚਾਹੀਦੀ ਸੀ, ਨਹੀਂ ਕੀਤੀ। ਇਹਨਾਂ ਨੇ ਜਿਹੜਾ ਪ੍ਰਾਈਮ ਕਮਰਸ਼ੀਅਲ ਲੈਂਡ 6ਵੇਂ ਪੁਆਇੰਟ ਤੇ ਰੱਖਿਆ, ਜਿਹੜਾ ਪਹਿਲੇ ਨੰਬਰ ਤੇ ਰਹਿਣਾ ਚਾਹੀਦਾ ਸੀ। ਰਿਜ਼ਰਵਡ ਪ੍ਰਾਈਜ਼ ਇਹਨਾਂ ਨੇ ਆਪ ਫਿਕਸ ਕਰ ਲਿਆ, ਜਿਹੜਾ ਇਹ ਨਹੀਂ ਕਰ ਸਕਦੇ ਸੀ। ਇਸ ਕਰਕੇ ਇਹ ਬੁਖਲਾ ਗਏ। ਜਦ ਅਸੀਂ ਇੰਪਰੂਵਮੈਂਟ ਟਰਸਟ ਦਾ ਆਫਿਸ ਦਾ ਤਾਲਾਬੰਦੀ ਵੀ ਕੀਤੀ ਭਾਰਤੀ ਜਨਤਾ ਪਾਰਟੀ ਨੇ, ਤੇ ਫਿਰ ਪ੍ਰੈਸ਼ਰ ਦੇ ਅੰਡਰ ਆ ਕੇ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲੋਕਲ ਬਾਡੀਜ਼ ਡਿਪਾਰਟਮੈਂਟ ਨੂੰ ਕਹਿ ਕੇ ਬ੍ਰਹਮ ਮਹਿੰਦਰਾ ਜਿਹੜੇ ਲੋਕਲ ਬਾਡੀਜ਼ ਮਿਨਿਸਟਰ, ਉਹਨਾਂ ਰਾਹੀਂ ਇਸ ਅਲੋਟਮੈਂਟ ਨੂੰ ਕੈਂਸਲ ਕੀਤਾ, ਔਰ ਉਹਨਾਂ ਨੇ ਉਹਦੇ 'ਚ ਪੁਆਇੰਟ ਦਿੱਤਾ ਕਿ ਅਲੋਟਮੈਂਟ ਤਾਂ ਕੈਂਸਲ ਕੀਤੀ ਹੈ ਕਿਉਂਕਿ DC ਸਾਹਿਬ ਦੇ ਵਰਜਨ ਔਰ ਚੇਅਰਮੈਨ ਸਾਹਿਬ ਦੇ ਵਰਜਨ 'ਚ ਫਰਕ ਹੈ। ਇਹਦਾ ਮਤਲਬ ਉਹਨਾਂ ਨੇ ਮੰਨ ਲਿਆ ਕਿ ਜਿਹੜਾ DC ਸਾਹਿਬ ਦੁਆਰਾ ਰਿਜ਼ਰਵ ਪ੍ਰਾਈਜ਼ ਨਹੀਂ ਫਿਕਸ ਕੀਤਾ ਗਿਆ, ਔਰ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਜੀ ਨੇ ਆਪਣੀ ਪੋਜੀਸ਼ਨ ਦਾ ਦੁਰਉਪਯੋਗ ਕਰਦੇ ਹੋਏ ਜਿਹੜਾ ਹੈ ਇਹਨਾਂ ਰਿਜ਼ਰਵ ਪ੍ਰਾਈਜ਼ ਫਿਕਸ ਕੀਤਾ, ਔਰ ਜਿਹੜਾ 252 ਕਰੋੜ ਦਾ ਚਪਤ ਲਗਾਈ। ਇਹਦੇ ਵਿੱਚ ਹੁਣ ਚੇਅਰਮੈਨ ਸਾਹਿਬ ਬੁਖਲਾ ਗਏ, ਭਾਰਤ ਭੂਸ਼ਣ ਆਸ਼ੂ ਜੀ ਮੰਤਰੀ ਸਾਹਿਬ ਬੁਖਲਾ ਗਏ, ਟੀਮ ਆਸ਼ੂ ਬੁਖਲਾ ਗਈ। ਇੱਕ ਚੈਨਲ ਨੂੰ ਇਹਨਾਂ ਨੇ ਇੰਟਰਵਿਊ ਦਿੱਤਾ ਕੱਲ ਪਰਸੋਂ ਕਿ ਜਿਹੜਾ ਵਿਕਰਮ ਸਿੱਧੂ ਹੋਰਾਂ ਨੇ, ਸਾਡੇ ਜਿਹੜੇ BJP ਦੇ ਪੰਜਾਬ ਸਟੇਟ ਐਗਜ਼ੀਕਿਊਟਿਵ ਮੈਂਬਰ ਨੇ, ਉਹਨਾਂ ਨੇ ਇਲੈਕਸ਼ਨ ਲੜਨਾ ਹੈ ਮੰਤਰੀ ਸਾਹਿਬ ਦੇ ਖਿਲਾਫ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਐਸਾ ਨਿਯਮ ਨਹੀਂ ਹੈ ਕਿ ਕੋਈ ਵੀ ਕੈਂਡੀਡੇਟ ਪਹਿਲਾਂ ਫਾਈਨਲ ਹੁੰਦਾ। ਅਸੀਂ ਐਜ਼ ਅ ਭਾਰਤੀ ਜਨਤਾ ਪਾਰਟੀ ਵਰਕਰ ਔਰ ਐਜ਼ ਅ ਪੂਰੀ ਪਾਰਟੀ ਕੰਬਾਈਨਡ ਹੋ ਕੇ ਇਹਨਾਂ ਦੇ ਘੁਟਾਲਿਆਂ ਨੂੰ ਐਕਸਪੋਜ਼ ਕਰ ਰਹੇ ਹਾਂ। ਕਾਂਗਰਸ ਪਾਰਟੀ ਦੇ, ਰੂਲਿੰਗ ਪਾਰਟੀ ਦੇ, ਇਹਨਾਂ ਦੇ ਜਿੰਨੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ, ਮੇਅਰ ਹੈ ਸਭ, ਤੇ ਕਿੰਨੇ ਲੜਨਾ ਇਹ ਤੇ ਲਾਸਟ ਮੂਮੈਂਟ 'ਚ ਡਿਸਾਈਡ ਹੋਣਾ, ਪਾਰਟੀ ਨੇ ਡਿਸਾਈਡ ਕਰਨਾ। ਲੇਕਿਨ ਉਹਨੂੰ ਰਿਲੇਟ ਕਰਨਾ ਕਿ ਦੇਖੋ ਜੀ ਉਹਨਾਂ ਨੇ ਇਲੈਕਸ਼ਨ ਲੜਨਾ ਹੈ, ਕਿੰਨੇ ਇਲੈਕਸ਼ਨ ਲੜਨਾ ਹੈ, ਤੇ ਤਾਂ ਕਰਕੇ ਐਕਸਪੋਜ਼ ਕਰ ਰਹੇ, ਐਸੀ ਕੋਈ ਗੱਲ ਨਹੀਂ ਹੈ। ਇਹ ਘੁਟਾਲੇ ਤਾਂ ਅਸੀਂ ਕਦੋਂ ਦੇ ਇਹਨਾਂ ਦੇ ਐਕਸਪੋਜ਼ ਕਰਦੇ ਪਏ ਹਾਂ। ਹੁਣ ਮੈਂ ਪਿੱਛੇ ਇਹਨਾਂ ਦਾ BRS ਨਗਰ ਦੇ ਵਿੱਚ ਇਹਨਾਂ ਦਾ ਜਿਹੜਾ ਘਰ ਹੈ ਇੰਦਰ ਨਗਰ ਦੇ ਵਿੱਚ ਰਮਨ ਬਾਲਾ ਸੁਬਰਮਨੀਅਮ ਜੀ ਦਾ, ਉਹਦੇ ਪਿੱਛੇ ਇਹਨਾਂ ਇੱਕ G ਬਲਾਕ ਦਾ BRS ਨਗਰ ਦਾ ਲੁਧਿਆਣਾ ਇੰਪਰੂਵਮੈਂਟ ਟਰਸਟ ਦਾ ਪਾਰਕ ਹੈ, ਉਹਨੂੰ ਇਹ ਪਰਸਨਲ ਲੋਨ ਦੀ ਤਰ੍ਹਾਂ ਯੂਜ਼ ਕਰ ਰਹੇ ਨੇ। ਉਹਦੇ ਵਿੱਚ ਇਲੀਗਲ ਗੇਟ ਕੱਢ ਕੇ ਉਹਦੇ ਵਿੱਚ ਗੱਡੀਆਂ ਪਾਰਕ ਕਰਦੇ ਨੇ, ਵੱਡਾ ਗੇਟ ਲਾ ਕੇ ਅੰਦਰੋਂ ਲੌਕ ਰੱਖਦੇ ਨੇ, ਪਬਲਿਕ ਨੂੰ ਜਾਣ ਦੀ ਅੰਦਰ ਮਨਾਹੀ ਹੈ, ਔਰ ਉਹਦੇ 'ਚ ਜਨਰੇਟਰ ਸੈੱਟ ਰੱਖੇ ਨੇ, ਔਰ ਇੱਕ ਆਪਣੇ ਘਰ ਦਾ ਬਾਦਰਾ ਵੀ ਜਿਹੜਾ ਹੈ ਉਹਦੇ ਅੰਦਰ ਕੱਢਿਆ ਹੋਇਆ। ਇਹ ਸਾਰਾ ਗੈਰ ਕਾਨੂੰਨੀ ਕੰਮ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ਼੍ਰੀ ਰਮਨ ਬਾਲਾ ਸੁਬਰਮਨੀਅਮ ਜੀ ਦੁਆਰਾ ਕੀਤਾ ਗਿਆ। ਅਤੇ ਉਸ ਤੋਂ ਇਲਾਵਾ ਜੇ ਆਪਾਂ ਓਰੀਐਂਟ ਸਿਨੇਮੇ ਦੀ ਗੱਲ ਕਰੀਏ, ਓਰੀਐਂਟ ਸਿਨੇਮੇ ਦੀ ਲੈਂਡ ਵੀ ਇਹਨਾਂ ਨੇ ਸਰੈਂਡਰ ਕਰਵਾਈ। ਉਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਦਰ ਜਿਹੜੀ 2 ਰਿਜ਼ਰਵ ਲੈਂਡ ਸੀਗੀਆਂ, E ਬਲਾਕ ਦੇ ਅੰਦਰ ਜਿਹੜੀ ਹੈ ਆਪਣਾ ਕਮਿਊਨਿਟੀ ਸੈਂਟਰ ਦੀ ਲੈਂਡ, ਔਰ F ਬਲਾਕ ਦੇ ਅੰਦਰ ਪ੍ਰਾਇਮਰੀ ਸਕੂਲ ਦੀ ਰਿਜ਼ਰਵ ਲੈਂਡ, ਉਹਨੂੰ ਗੈਰ ਕਾਨੂੰਨੀ ਤਰੀਕੇ ਨਾਲ ਇਲੀਗਲੀ ਕਨਵਰਟ ਕਰਕੇ ਪਲੋਟਿੰਗ ਦੇ ਵਿੱਚ ਉਹਨੂੰ ਆਪਣੇ ਖਾਸ ਬੰਦਿਆਂ ਨੂੰ ਅਲਾਟ ਕੀਤਾ। ਜਿੱਥੇ ਕਿ F ਬਲਾਕ ਦੀ ਪ੍ਰਾਇਮਰੀ ਸਕੂਲ ਰਿਜ਼ਰਵ ਸਾਈਟ ਜਿਹੜੀ ਹੈ 7000 ਸਮਥਿੰਗ ਅੱਜ, ਉਹਦੇ ਸਾਹਮਣੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦੇ ਜੀਜਾ ਜੀ ਐਡਵੋਕੇਟ ਰਾਜੀਵ ਕੌਸ਼ਲ ਜੀ ਦਾ ਘਰ ਹੈ 618 F, ਉਹਦੇ ਸਾਹਮਣੇ ਜਿੰਨਾ ਇਹਨਾਂ ਦੇ ਘਰ ਦੇ ਸਾਹਮਣੇ ਜਗ੍ਹਾ ਪੈਂਦੀ ਹੈ ਉਹ ਰਿਜ਼ਰਵ ਸਾਈਟ ਦੇ ਵਿੱਚੋਂ ਪਾਰਕ ਬਣਾ ਦਿੱਤਾ ਗਿਆ। ਬਾਕੀ ਜਗ੍ਹਾ ਦੇ 450 ਗਜ ਦੇ 8 ਪਲਾਟ ਕੱਟਤੇ, ਔਰ ਆਪਣੇ ਖਾਸ ਬੰਦਿਆਂ ਨੂੰ ਈ ਆਕਸ਼ਨ ਰਾਹੀਂ ਆਪਣੇ ਖਾਸ ਬੰਦਿਆਂ ਨੂੰ ਬਿਠਾ ਕੇ ਕੌਡੀਆਂ ਦੇ ਪਾ ਆਕਸ਼ਨ ਕਰ ਦਿੱਤੀ ਗਈ। ਮਗਰ ਸਰ ਜੋ ਡੈਫਾਮੇਸ਼ਨ ਦੇ ਗਰਾਊਂਡ ਹੈ ਉਹ ਕੀ ਰੱਖੇ ਗਏ ਨੇ ਕਿ ਕਿਸ ਬੇਸਿਸ ਤੇ ਉਹ ਡਿਫੇਮ ਹੋਏ ਨੇ? ਦੇਖੋ ਗੱਲ ਹੈ, ਜੇ ਕਰਪਸ਼ਨ ਦੇ ਖਿਲਾਫ ਕੋਈ ਆਵਾਜ਼ ਉਠਾਏ ਤੇ ਉਹਨੂੰ ਡੈਫਾਮੇਸ਼ਨ ਨਹੀਂ ਕਹਿੰਦੇ। We have got sufficient evidences with us that ਰਮਨ ਬਾਲਾ ਸੁਬਰਮਨੀਅਮ ਜੀ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ, ਇਹਨਾਂ ਨੇ ਆਪਣੀ ਪੋਜੀਸ਼ਨ ਦਾ ਦੁਰਉਪਯੋਗ ਕਰਦੇ ਹੋਏ ਉਸ ਲੈਂਡ ਪ੍ਰਾਈਮ ਕਮਰਸ਼ੀਅਲ ਲੈਂਡ ਦੀ ਰਿਜ਼ਰਵ ਪ੍ਰਾਈਜ਼ ਕੌਡੀਆਂ ਦੇ ਪਾ 91.77 ਕਰੋੜ ਫੇਸ ਕਰਤੀ। ਜਿੱਥੇ DC ਸਾਹਿਬ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਜੀ ਨੇ ਇਹ ਦੇਖੋ ਕਲੀਅਰਲੀ ਕਹਿਤਾ ਕਿ ਇਹ ਪ੍ਰਾਈਜ਼ ਮੈਂ ਨਹੀਂ ਫਿਕਸ ਕੀਤਾ। ਯਾਨੀ ਕਿ ਇਹ ਕਲੀਅਰਲੀ ਡਾਇਰੈਕਸ਼ਨ ਹੈ ਕਿ ਇਹ ਕੰਮ ਜਿਹੜਾ ਹੈ ਉਹ ਰਮਨ ਬਾਲਾ ਸੁਬਰਮਨੀਅਮ ਜੀ ਨੇ ਆਪਣੀ ਮਰਜ਼ੀ ਨਾਲ ਕੀਤਾ, ਭੂ ਮਾਫੀਆ ਨਾਲ ਮਿਲੀ ਭੁਗਤ ਕਰਕੇ ਕੀਤਾ, ਅਤੇ ਲੁਧਿਆਣਾ ਵੈਸਟ ਦੇ MLA ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੇ ਡਾਇਰੈਕਸ਼ਨ ਦੇ ਉੱਤੇ ਕੀਤਾ।
ਮੋਰ ਓਵਰ ਇਹ ਕਦੀ ਵੀ ਦੇਖੋ, ਇਹ ਕਹਿੰਦੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਟੀਮ ਆਸ਼ੂ ਦਾ ਮੈਂਬਰ ਹਾਂ। ਇਹਦਾ ਮਤਲਬ ਕਿ ਟੀਮ ਆਸ਼ੂ ਜਿਹੜੀ ਹੈਗੀ ਹੈ ਉਹ ਰਲ ਕੇ ਇਹ ਸਾਰਾ ਗੜਬੜ ਕਰ ਰਹੀ ਹੈ ਮੰਤਰੀ ਸਾਹਿਬ ਦੇ ਇਸ਼ਾਰਿਆਂ ਦੇ ਉੱਤੇ। ਤੇ ਅਸੀਂ ਤਾਂ ਇੱਕੋ ਗੱਲ ਕਹਿ ਰਹੇ ਹਾਂ ਕਿ ਜੇ ਕਰਪਸ਼ਨ ਦੇ ਖਿਲਾਫ ਆਵਾਜ਼ ਉਠਾਣੇ ਨੂੰ ਡੈਫਾਮੇਸ਼ਨ ਕਹਿੰਦੇ ਨੇ, ਅਸੀਂ ਤਾਂ ਨਹੀਂ ਸਮਝਦੇ ਇਸ ਚੀਜ਼ ਨੂੰ ਡੈਫਾਮੇਸ਼ਨ ਹੈ, ਕਿਉਂਕਿ ਅਸੀਂ ਤੇ ਕਰਪਸ਼ਨ ਨੂੰ ਹਾਈਲਾਈਟ ਕਰ ਰਹੇ ਹਾਂ ਤੇ ਕਰਪਸ਼ਨ ਨੂੰ ਹਾਈਲਾਈਟ ਕਰਨੇ ਨੂੰ ਡੈਫਾਮੇਸ਼ਨ ਨਹੀਂ ਕਹਿੰਦੇ। ਵੀ ਹੈਵ ਗॉट ਸਫੀਸ਼ੀਐਂਟ ਪ੍ਰੂਫਸ। ਡੀਸੀ ਸਾਹਿਬ ਨੇ ਵੀ ਕਹਿਤਾ ਕਿ ਨਹੀਂ ਰਿਜ਼ਰਵ ਪ੍ਰਾਈਸ ਫਿਕਸ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਕਹਿ ਰਹੇ ਨੇ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਡੈਨ ਆਫ ਕਰਪਸ਼ਨ ਹੈ। ਠੀਕ ਹੈ, ਇਸ ਕਰਕੇ ਇਹ ਸਾਰਾ ਘੁਟਾਲੇ ਨੂੰ ਅੰਜਾਮ ਜਿਹੜਾ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ, ਅਸੀਂ ਇਹਨਾਂ ਨੂੰ ਘੁਟਾਲੇਬਾਜ਼ ਚੇਅਰਮੈਨ ਕਹਿੰਦੇ ਆ। ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਜਦੋਂ ਦੇ ਆਏ ਨੇ, ਜਦੋਂ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਬਣੇ, ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਜਿੰਨੀਆਂ ਵੀ ਆਕਸ਼ਨਸ ਕੀਤੀਆਂ, ਅਲੋਟਮੈਂਟਸ ਕੀਤੀਆਂ, ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। CBI ਦੀ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹਨਾਂ ਨੇ ਬਥੇਰੇ ਘੁਟਾਲਿਆਂ ਨੂੰ ਅੰਜਾਮ ਦਿੱਤਾ ਔਰ ਭੂ ਮਾਫੀਆ ਨਾਲ ਰਲ ਕੇ ਕੀਤਾ। ਇਹਦੀ CBI ਅਤੇ ਵਿਜੀਲੈਂਸ ਇਨਕੁਆਇਰੀ ਦੀ ਮੰਗ ਅਸੀਂ ਕੀਤੀ ਹੈ। ਔਰ ਇਹ ਜਿਹੜਾ ਡੈਫਾਮੇਸ਼ਨ ਸੂਟ ਇਹਨਾਂ ਨੇ ਫਾਈਲ ਕੀਤਾ ਹੈ, ਇਹਨਾਂ ਨੇ ਜਾਣ ਕੇ ਸਾਨੂੰ ਡਰਾਉਣ ਲਈ ਕੀਤਾ ਹੈ ਕਿ ਅਸੀਂ ਕਰਪਸ਼ਨ ਦੇ ਖਿਲਾਫ ਆਵਾਜ਼ ਉਠਾਣੀ ਬੰਦ ਕਰ ਦਈਏ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼੍ਰੀ ਰਮਨ ਬਾਲਾ ਸੁਬਰਮਨੀਅਮ ਜੀ ਨੂੰ, ਲੁਧਿਆਣਾ ਵੈਸਟ ਦੇ MLA ਅਤੇ ਕੈਬਨਿਟ ਮੰਤਰੀ ਕਾਂਗਰਸ ਪਾਰਟੀ ਤੋਂ ਭਾਰਤ ਭੂਸ਼ਣ ਆਸ਼ੂ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹੋ ਜਿਹੇ ਜਿਹੜੇ ਘਟੀਆ ਕੰਮ ਤੁਹਾਡੇ ਦੁਆਰਾ ਜਿਹੜਾ ਝੂਠੇ ਡੈਫਾਮੇਸ਼ਨ ਕੇਸਿਸ ਜਿਹੜੇ ਫਾਈਲ ਕੀਤੇ ਜਾਂਦੇ, ਕਿਉਂਕਿ ਦੇਖੋ ਸੁਬਰਾਮਨੀਅਮ ਜੀ ਜਾਂ ਮੇਅਰ ਬਲਕਾਰ ਸਿੰਘ ਸੰਧੂ ਜੀ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸੁਬਰਾਮਨੀਅਮ ਜੀ ਜਾਂ ਜਿਹੜੇ ਮੇਅਰ ਸਾਹਿਬ ਬਲਕਾਰ ਸਿੰਘ ਸੰਧੂ ਜੀ, ਇਹ ਸਾਰੇ ਤੇ ਮੋਰੇ ਨੇ। ਇਹਦੇ ਪਿੱਛੇ ਜਿਹੜਾ ਮਾਸਟਰ ਮਾਈਂਡ ਨੇ ਲੁਧਿਆਣਾ ਵੈਸਟ ਦੇ MLA ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ, ਉਹਨਾਂ ਦੀ ਡਾਇਰੈਕਸ਼ਨਸ ਦੇ ਉੱਤੇ ਇਹ ਜਿਹੜੀ ਹੈ ਫਾਲਸ ਜਿਹੜੀ ਹੈ ਡੈਫਾਮੇਸ਼ਨ ਕੰਪਲੇਨ ਮੇਰੇ ਖਿਲਾਫ ਵਿਨੀਤਪਾਲ ਸਿੰਘ ਮੋਂਗਾ ਸਨ ਆਫ ਕਵਲਜੀਤ ਸਿੰਘ ਮੋਂਗਾ, ਦੂਜਾ ਐਡਵੋਕੇਟ ਬਿਕਰਮ ਸਿੱਧੂ, ਥਰਡ ਜਿਹੜਾ ਹੈ ਇੱਕ ਯਸ਼ਪਾਲ ਸ਼ਰਮਾ ਜੀ ਜਿਹੜੇ ਨਿਊਜ਼ ਦੇ ਜਿਹੜੇ ਜਰਨਲਿਸਟ ਨੇ, ਔਰ ਕੁਲਦੀਪ ਭਾਟੀਆ ਜੀ ਜਿਹੜੇ ਟ੍ਰਿਬਿਊਨ ਦੇ ਜਰਨਲਿਸਟ ਨੇ, ਉਹਨਾਂ ਦੇ ਖਿਲਾਫ ਇਹਨਾਂ ਨੇ ਫਾਈਲ ਕੀਤੀ ਝੂਠੀ ਜਿਹੜੀ ਹੈ ਡੈਫਾਮੇਸ਼ਨ ਦੀ ਕੰਪਲੇਨ, ਜਿਹੜੀ ਕਿ ਝੂਠੀ ਹੈ। ਔਰ ਸਾਡੇ ਉੱਤੇ ਪ੍ਰੈਸ਼ਰ ਡਿਵੈਲਪ ਕਰਨ ਲਈ ਕੀਤਾ ਗਿਆ ਕਿ ਅਸੀਂ ਜਿਹੜਾ ਹੈ ਕਰਪਸ਼ਨ ਦੇ ਖਿਲਾਫ ਆਵਾਜ਼ ਉਠਾਣੀ ਬੰਦ ਕਰ ਦਈਏ, ਲੇਕਿਨ ਅਸੀਂ ਕਰਪਸ਼ਨ ਦੇ ਖਿਲਾਫ ਆਵਾਜ਼ ਉਠਾਣੀ ਬੰਦ ਨਹੀਂ ਕਰਾਂਗੇ। ਇਹੋ ਜਿਹੀ ਝੂਠੀਆਂ ਕੰਪਲੇਨਾਂ ਤੋਂ ਅਸੀਂ ਡਰਦੇ ਨਹੀਂ। ਅਸੀਂ ਆਵਾਜ਼ ਪਬਲਿਕ ਕਾਜ਼ ਦੇ ਵਿੱਚ ਉਠਾਉਂਦੇ ਹਾਂ, ਪਬਲਿਕ ਇੰਟਰਸਟ ਉਠਾਉਂਦੇ ਹਾਂ ਔਰ ਅੱਗੇ ਵੀ ਉਠਾਉਂਦੇ ਰਵਾਂਗੇ। ਸਰ ਆਖਰੀ ਸਵਾਲ ਪੁੱਛਣਾ ਚਾਹੂੰਗੀ ਕਿ ਜੋ ਅਲੋਟਮੈਂਟ ਕੀਤੀ ਸੀ ਜਦੋਂ ਉਹ ਰੱਦ ਹੋ ਗਈ ਤਾਂ ਫਿਰ ਉਸ ਦੇ ਵਿੱਚ ਉਹ ਡਿਫੇਮ ਕਿਵੇਂ ਹੋ ਗਏ? ਦੇਖੋ ਗੱਲ ਇਸ ਤਰ੍ਹਾਂ ਹੈ, ਜਦ ਪੰਜਾਬ ਸਰਕਾਰ ਨੇ ਇਸ ਚੀਜ਼ ਨੂੰ ਅਲੋਟਮੈਂਟ ਨੂੰ ਕੈਂਸਲ ਕੀਤਾ ਔਰ ਉਹਦੇ 'ਚ ਜਿਹੜੇ ਲੋਕਲ ਬਾਡੀਜ਼ ਮਿਨਿਸਟਰ ਬ੍ਰਹਮ ਮਹਿੰਦਰਾ ਜੀ ਨੇ, ਉਹਨਾਂ ਨੇ ਕਲੀਅਰਲੀ ਕਿਹਾ ਕਿ ਇਹਦੇ ਵਿੱਚ ਜਿਹੜੀ ਵਰਜਨ ਹੈ DC ਸਾਹਿਬ ਦੇ ਵਰਜਨ ਔਰ ਸੁਬਰਾਮਨੀਅਮ ਚੇਅਰਮੈਨ ਸਾਹਿਬ LIT ਦੇ ਵਰਜਨ ਦੇ ਵਿੱਚ ਫਰਕ ਹੈ। ਉਹਦੇ ਤੋਂ ਕਲੀਅਰ ਇੰਡੀਕੇਸ਼ਨ ਹੁੰਦਾ ਹੈ ਕਿ ਜਿਹੜੀ ਇਹਨਾਂ ਦੀ ਸਰਕਾਰ ਵੀ ਹੈ ਉਹ ਵੀ ਇਹ ਮੰਨਦੀ ਹੈ ਕਿ ਇਹ ਜਿਹੜਾ ਗੜਬੜ ਹੋਈ ਹੈ, ਘੁਟਾਲਾ ਹੋਇਆ ਹੈ, ਜਿਹਨੂੰ ਅਸੀਂ ਸਿਟੀ ਸੈਂਟਰ ਸਕੈਮ ਪਾਰਟ 2 ਕਹਿੰਦੇ ਹਾਂ, ਜਿਹੜੀ BJP ਨੇ ਐਕਸਪੋਜ਼ ਕੀਤਾ ਇਹਨਾਂ ਦਾ ਘੁਟਾਲਾ ਜਿਹੜਾ 252 ਕਰੋੜ ਦਾ, ਉਹ ਜਿਹੜਾ ਘੁਟਾਲਾ ਹੈ ਉਹ ਵਾਕਈ ਹੋਇਆ ਹੈ। ਔਰ ਚੇਅਰਮੈਨ ਸਾਹਿਬ ਸ਼੍ਰੀ ਰਮਨ ਬਾਲਾ ਸੁਬਰਮਨੀਅਮ ਜੀ ਨੇ ਭੂ ਮਾਫੀਆ ਨਾਲ ਰਲ ਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੇ ਇਸ਼ਾਰਿਆਂ ਨਾਲ ਕੀਤਾ ਔਰ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਦੀਆਂ ਧੱਜੀਆਂ ਉਡਾਈਆਂ। ਇਸ ਕਰਕੇ ਉਹਨਾਂ ਨੇ ਅਲੋਟਮੈਂਟ ਕੈਂਸਲ ਕੀਤੀ। ਜਦ ਅਲੋਟਮੈਂਟ ਕੈਂਸਲ ਕੀਤੀ, ਹੋਰ ਤੁਹਾਨੂੰ ਮੈਂ ਦੱਸ ਦੇਣਾ, ਇਹਨਾਂ ਨੇ ਉਸ ਪਾਰਟੀ ਨੂੰ ਕਹਿਤਾ ਜਿਨ੍ਹਾਂ ਦੀ ਅਲੋਟਮੈਂਟ ਕੈਂਸਲ ਹੈ ਕਿ ਤੁਸੀਂ ਕੋਰਟ ਚਲੇ ਜਾਓ ਸਾਡੇ ਖਿਲਾਫ। ਔਰ ਜਿਹੜੇ ਸੰਦੀਪ ਕਾਂਗੜ ਜੀ ਨੇ, ਜਿਹੜੇ ਕਿ ਜਿਨ੍ਹਾਂ ਦੇ ਉੱਤੇ ਚਾਰजेस ਲਗਾਏ ਨੇ ਲੋਕਲ ਬਾਡੀਜ਼ ਮਿਨਿਸਟਰੀ ਨੇ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਏ, ਉਹਨਾਂ ਨੂੰ ਆਪਣੇ ਲੁਧਿਆਣਾ ਇੰਪਰੂਵਮੈਂਟ ਟਰਸਟ ਨੂੰ ਡਿਫੈਂਡ ਕਰਨ ਲਈ ਲਾਇਰ ਅਪਾਇੰਟ ਕਰ ਦਿੱਤਾ ਗਿਆ। ਇਹਦਾ ਮਤਲਬ ਇੱਕ ਵੀਕ ਲਾਇਰ ਜਿਹਦੇ ਉੱਤੇ ਚਾਰजेस ਨੇ ਉਹਨੂੰ ਅਪਾਇੰਟ ਕੀਤਾ ਗਿਆ ਤਾਂ ਕਿ ਉਹ ਦੂਜੀ ਪਾਰਟੀ ਉਸ ਚੀਜ਼ ਨੂੰ ਅਲੋਟਮੈਂਟ ਨੂੰ ਰੈਗੂਲਰਾਈਜ਼ ਕਰ ਜਾਏ। ਇਹਦਾ ਮਤਲਬ ਅਜੇ ਵੀ ਅੰਦਰੋਂ ਅੰਦਰ ਚੇਅਰਮੈਨ ਸਾਹਿਬ ਰਮਨ ਬਾਲਾ ਸੁਬਰਮਨੀਅਮ ਜੀ, ਭਾਰਤ ਭੂਸ਼ਣ ਆਸ਼ੂ ਜੀ ਉਸ ਭੂ ਮਾਫੀਆ ਨੂੰ ਮਦਦ ਕਰ ਰਹੇ ਨੇ ਅਤੇ ਉਹ ਅਲੋਟਮੈਂਟ ਨੂੰ ਰੈਗੂਲਰਾਈਜ਼ ਕਰਨ ਲਈ ਜੋ ਇਹ ਛੜਯੰਤਰ ਰਚ ਰਹੇ ਨੇ, ਇਹ ਛੜਯੰਤਰ ਇਹਨਾਂ ਦਾ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਇਹੋ ਜਿਹੇ ਝੂਠੇ ਜਿਹੜੇ ਇਹਨਾਂ ਨੇ ਸਾਡੇ ਉੱਤੇ ਡੈਫਾਮੇਸ਼ਨ ਕੰਪਲੇਨਸ ਫਾਈਲ ਕੀਤੀਆਂ, ਅਸੀਂ ਇਹਨਾਂ ਝੂਠੀਆਂ ਕੰਪਲੇਨਾਂ ਤੋਂ ਡਰਦੇ ਨਹੀਂ। ਸਾਨੂੰ ਮਾਨਯੋਗ ਕੋਰਟ ਦੇ ਉੱਤੇ ਪੂਰਾ ਵਿਸ਼ਵਾਸ ਹੈ ਔਰ ਸਾਨੂੰ ਪਤਾ ਹੈ ਕਿ ਇਹ ਜਿਹੜੀ ਝੂਠੀ ਕੰਪਲੇਨ ਹੈ ਕੁਐਸ਼ ਹੋ ਜੂਗੀ। ਉਸ ਤੋਂ ਬਾਅਦ ਕ੍ਰਾਸ ਕੰਪਲੇਨ ਇਹਨਾਂ ਦੇ ਉੱਤੇ ਅਸੀਂ ਪਾਵਾਂਗੇ ਝੂਠਾ ਸਾਨੂੰ ਡਿਫੇਮ ਕਰਨ ਲਈ, ਸਾਡੇ ਖਿਲਾਫ ਝੂਠੀ ਕੰਪਲੇਨ ਫਾਈਲ ਕਰਨ ਲਈ ਅਤੇ ਮਾਨਯੋਗ ਕੋਰਟ ਦਾ ਟਾਈਮ ਬਰਬਾਦ ਕਰਨ ਲਈ। ਮੋਂਗਾ ਜੀ ਦਾ ਕਹਿਣਾ ਹੈ ਕਿ ਜੋ ਡੈਫਾਮੇਸ਼ਨ ਦਾ ਕੇਸ ਫਾਈਲ ਹੋਇਆ ਬਿਲਕੁਲ ਝੂਠਾ ਤੇ ਬੇਬੁਨਿਆਦ ਹੈ। ਉਹਨਾਂ ਦਾ ਜੋ ਵੀ ਪੱਖ ਸੀ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ। ਇਸੇ ਦੇ ਨਾਲ ਕੈਮਰਾਮੈਨ ਦਵਿੰਦਰ ਦੇ ਨਾਲ ਮੈਂ ਏਕਤਾ ਸਿੰਘਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ। ਧੰਨਵਾਦ।